बहुत बड़े परोपकार किए है। श्री गुरु ग्रंथ साहिब जी नूं गुरता गद्दी दे के रहिंदी दुनिया तक जो सिख कौम नूं गुरु ग्रंथ साहिब दा लड़ फड़ाया, ये अजिहा परोपकार है जिहड़ा शब्दां विच बयान नहीं हो सकता। किसी गुरु ने, किसी पीर ने, किसी अवतार ने ऐसा नहीं किया। ते गुरता गद्दी समर्पित भावना नूं प्रगट करन तो पहले मैं श्री गुरु गोबिंद सिंह साहब महाराज दा रूहानीयत दा खजाना जिहड़ा दो रूपां दे विच है, एक श्री सर्वलोक प्रकाश है ग्रंथ, दूसरा श्री दसवां ग्रंथ है। श्री सर्वलोक प्रकाश के अंदर सतगुरां दे अपने श्री मुख वाक पातशाही दसवीं मोहर लाई है, ताकि कोई शंका ना करे कि इहदा उच्चारण किया शब्द है। अज दे इस दिन दे नाल संबंधित है कि मानन के आपन पौ श्री खालसा सौंपा, दुती रूप सतगुरु ग्रंथा, बोलन सतगुरु शब्द संभाखन, नाम गोविंद कीर्तन संथा, गुणन बाद पुन सिरत सलाहन, ऊठत बैठत सैन करंथ, पावन पंथ खालसा प्रगटियो, चार वर्ण आश्रम सु पंथा, इनके दर्श सतगुरु को दर्शन, कदों बोलन गुरु शब्द गुरु ग्रंथा। जदों गुरु ग्रंथ साहब का शब्द बोलन उदों ग्रंथ पंथ मेरा अपना रूप समझना। बोलन गुरु शब्द गुरु ग्रंथा, द्वादश रूप सतगुरु एक ही है, द्वादश भान प्रगट हर संता, प्रतख कला पार वहम तनीछै, ग्रंथ पंथ खालस बरतंता। धन गुरु गोबिंद सिंह जी निमरता देखो, उन्हां दे शब्दां विच किवें झलक रही है। दास गोबिंद, मैं वो नाम लेना जिहड़ा मेरे माता पिता ने रखिया सी, गुरु नहीं कह रहे अपने आप नूं। दास गोबिंद फतेह सतगुरु की, खास ग्रंथ गुरु रूप बदंता। 1765 विक्रमी संमत कतक वदी दूज ਗਿਆਨੀ ਗਿਆਨ ਸਿੰਘ ਨੂੰ ਲੇਖਾ ਲੱਗਿਆ, ਹਾਲਾਂਕਿ ਬਹੁਤ ਵੱਡੇ ਖੋਜੀ ਸਨ, ਤੇ ਉਹਨਾਂ ਨੇ ਕਤਕ ਸੁਦੀ ਚੌਥ ਲਿਖ ਦਿੱਤੀ ਹੈ, ਪਰ ਇਹ ਉਹਨਾਂ ਦੀ ਕਲਮ ਦੀ ਉਕਾਈ ਕਹੀ ਜਾ ਸਕਦੀ ਹੈ। ਕਤਕ ਸੁਦੀ ਦੂਜ ਹੈ, ਇਸ ਕਰਕੇ ਉਹਨੇ ਤ੍ਰਿਤੀਆ ਸ਼ਬਦ ਵਰਤਣ ਆਪਣੀ ਲੇਖਣੀ ਵਿੱਚ, ਪਰ ਦੁਤੀਆ ਵਰਤਣਾ ਚਾਹੀਦਾ ਸੀ। ਉਹਦੇ ਨਾਲ ਇਤਿਹਾਸ ਦੀ ਲੜੀ ਪੂਰੀ ਜੁੜਦੀ ਹੈ। ਉਹ ਕਹਿੰਦੇ ਨੇ ਤ੍ਰਿਤੀਆ ਕੇ ਦਿਨ ਸਭਾ ਮੈਂ ਜਬ ਸਿਰ ਥਿਰੇ ਗੁਸਾਈ। ਆਪਣੇ ਖਿਆਲ ਅਨੰਦਪੁਰ ਸਾਹਿਬ ਤੋਂ ਲੈ ਕੇ ਸਾਰੀ ਯਾਤਰਾ ਨੂੰ ਜੇ ਹਜੂਰ ਸਾਹਿਬ ਲੈ ਜਾਈਏ ਕਿ ਪਾਲੀ ਸ਼ਹਿਰ ਦੇ ਰਹਿਣ ਵਾਲੇ ਕਾਰੀਗਰ ਦੋ ਖੰਜਰਾਂ ਲੈ ਕੇ ਆਉਂਦੇ। ਗਿਆਨੀ ਗਿਆਨ ਸਿੰਘ ਦੀ ਕਲਮ ਨੇ ਇੱਥੇ ਵੀ ਧੋਖਾ ਖਾਧਾ। ਉਹਨਾਂ ਨੇ ਦੋ ਤਲਵਾਰਾਂ ਲਿਖੀਆਂ, ਉਹ ਨਹੀਂ ਸਾਬਤ ਹੋਣਗੀਆਂ। ਇਵੇਂ ਇਸ ਕਰਕੇ ਕਹਿ ਰਹੇ ਹਾਂ ਵੀ ਕਿਸੇ ਨੇ ਇਕੱਲੀ ਤਾਵਾਰੀਖ ਪੜ੍ਹੀ ਹੈ ਤਾਂ ਉਹਨੂੰ ਸ਼ੰਕਾ ਨਾ ਹੋ ਜਾਏ। ਖੰਜਰਾਂ ਭੇਟ ਕੀਤੀਆਂ, ਸਾਹਮਣੇ ਗੁਲਖਾ ਤੌਲੇ ਖਾਂ ਬੈਠਿਆ। ਗਰੀਬ ਨਵਾਜ਼ ਨੇ ਖੰਜਰ ਬਾਹਰ ਕੱਢੀ ਮਿਆਨ ਤੋਂ, ਉਹਨੇ ਦੋਨਾਂ ਪਾਸਿਆਂ ਤੋਂ ਬਦਲ ਕੇ ਦੇਖਿਆ, ਕਹਿੰਦੇ ਬਹੁਤ ਸੁੰਦਰ ਹੈ। ਕਾਰੀਗਰ ਨੂੰ ਬੜੀ ਸ਼ਲਾਘਾ ਦੇ ਸ਼ਬਦ ਕਹੇ। ਗੁਲਖਾਂ ਨੂੰ ਕਹਿਣ ਲੱਗੇ, ਤੂੰ ਪਠਾਨ ਦਾ ਪੁੱਤ ਹੈ, ਸ਼ਸਤਰਾਂ ਦੀ ਪਰਖ ਰੱਖਦਾ ਹੈ, ਤੇ ਕੱਢ ਬਿਆਨ ਚੋਂ ਤੂੰ ਵੀ ਵੇਖ। ਉਹ ਕਹਿੰਦੇ ਮਹਾਰਾਜ ਬਹੁਤ ਸੁੰਦਰ ਹੈ। ਅੰਤਰਜਾਮੀ ਸਤਿਗੁਰੂ ਕਹਿੰਦੇ, ਗੁਲਖਾਂ ਭਲਾ ਜੇ ਖੰਜਰ ਤੇਰੇ ਹੱਥ ਵਿੱਚ ਹੋਵੇ ਤੇ ਸਾਹਮਣੇ ਤੇਰੇ ਦੁਸ਼ਮਣ ਤੇ ਤੇਰਾ ਮੁਕਾਬਲਾ ਹੋ ਜਾਏ, ਤੂੰ ਇੱਕ ਵਾਰ ਦੇ ਨਾਲ ਦੁਸ਼ਮਣ ਨੂੰ ਮਾਰ ਸਕਦਾ? ਹੱਸ ਕੇ ਕਹਿੰਦਾ, ਫਿਰ ਕਹਿੰਦਾ ਗਰੀਬ ਨਵਾਜ਼, ਬੰਦੇ 'ਚ ਹੁੰਦਾ ਹੀ ਕੀ ਹੈ, ਬੰਦਾ ਮਾਰਨ ਦੀ ਗੱਲ ਨਾ ਕਰੋ। ਅਗਰ ਇਹ ਖੰਜਰ ਮੇਰੇ ਹੱਥ ਵਿੱਚ ਹੋਵੇ ਤਾਂ ਮੈਂ ਸੰਡੇ ਨੂੰ ਮਾਰ ਸਕਦਾ। ਮਹਾਰਾਜ ਹੱਸ ਪਏ। ਪਹਿਲਾਂ ਉਹ ਹੱਸਿਆ ਸੀ, ਮਹਾਰਾਜ ਹੱਸ ਕੇ ਕਹਿੰਦੇ, ਬੱਚੂ
ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ ਮਾਨਵ ਕੇ ਪਰਖ ਦੇਖੋ, ਮਨੁੱਖ ਦੀ ਪਰਖਣਾ ਕਿੱਥੇ ਹੁੰਦੀ ਹੈ? ਮਾਮਲਾ ਕਸੌਟੀ ਹੈ। ਕਸਵੱਟੀ ਮਾਮਲਾ ਜਦੋਂ ਗਲ ਪੈਂਦਾ ਹੈ, ਕਹਿੰਦੇ ਬੱਚੂ ਪਤਾ ਉਦਣ ਲੱਗੇਗਾ ਜਿੱਦਣ ਕੋਈ ਮਰਦ ਦੇ ਨਾਲ ਵਾਹ ਪਿਆ ਤੇਰਾ। ਇਹ ਭੂਮਿਕਾ ਬਣਦੇ ਨੇ ਸੱਚਖੰਡ ਜਾਣ ਦੀ। ਪਤਾ ਸਭ ਕੁਝ ਵੀ ਨੇ ਖੰਜਰ ਮਾਰਨੀ ਹੈ ਮੇਰੇ। ਤੇ ਮਹਾਰਾਜ ਕਹਿੰਦੇ ਇਹ ਖੰਜਰ ਤੈਨੂੰ ਅਸਾਂ ਅਰਪੀ, ਇਹ ਖੰਜਰ ਤੇਰੇ ਕੋਲ। ਕਿਉਂ ਦਿੱਤੀ ਉਹ ਖੰਜਰ? ਜਦੋਂ ਮਾਰਨ ਨੂੰ ਪਤਾ ਸੀ ਮੇਰੇ ਤੇ ਵਾਰ ਕਰੇਗਾ, ਇਸ ਲਈ ਦਿੱਤੀ ਕਿ ਇਤਿਹਾਸ ਦੇ ਪੰਨੇ, ਇਤਿਹਾਸਕਾਰ ਕੱਲ ਨੂੰ ਕਿਤੇ ਇਹ ਨਾ ਲਿਖ ਦੇਣ ਕਿ ਗੁਰੂ ਗੋਬਿੰਦ ਸਿੰਘ ਦੇ ਕੋਲ ਤਾਂ ਸ਼ਸਤਰ ਸੀ ਵਧੀਆ, ਗੁਲ ਖਾਂ ਦੇ ਕੋਲ ਸ਼ਸਤਰ ਵਧੀਆ ਨਾ ਹੋਣ ਕਰਕੇ ਮਾਰ ਖਾ ਗਏ। ਬਰਾਬਰ ਦਾ ਸ਼ਸਤਰ ਦਿੱਤਾ ਉਹਨੇ। ਆਪਣਾ ਸੰਕਲਪ ਸੀ ਜਬ ਔਵ ਕੀ ਔਦ ਨਿਧਾਨ ਬਨੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਇਹ ਅਕਾਲ ਪੁਰਖ ਤੋਂ ਮੰਗਿਆ ਸੀ, ਵਾਤਾਵਰਨ ਬਣ ਗਿਆ। ਇਹ ਜਿਹੜੇ ਦੋਨੇ ਸਨ, ਇਤਿਹਾਸ ਇਹ ਬਹੁਤ ਲੰਮਾ ਤੇ ਮੈਂ ਇਹਨੂੰ ਸੰਖੇਪ ਜਿੰਨਾ ਕਰ ਸਕਦਾ। ਇਹ ਕੌਣ ਸਨ ਸੱਜਣ, ਕਿਉਂ ਆਏ ਸੀ ਨੰਦੇੜ ਦੇ ਅੰਦਰ? ਇਹਨਾਂ ਦੇ ਪਿੱਛੇ ਇੱਕ ਲੰਮੀ ਕਹਾਣੀ ਹੈ। ਸ਼ੇਰ ਮੁਹੰਮਦ ਖਾਨ ਜੀ ਨੇ ਹਾਦਾ ਨਾਰਾ ਮਾਰਿਆ ਸੀ ਸਾਹਿਬਜ਼ਾਦਿਆਂ ਦੇ। ਉਹ ਜਦੋਂ ਦਿੱਲੀ ਤਾਜਪੋਸ਼ੀ ਹੋਈ ਬਹਾਦਰ ਸ਼ਾਹ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੱਥੀਂ ਸਿਰ ਤੇ ਤਾਜ ਰੱਖਿਆ। ਉਸ ਵੇਲੇ ਉਹਦੇ ਬੋਲ ਸਨ ਕਿ ਮਹਾਰਾਜ ਇਹ ਤਾਜ ਵੀ ਤੁਹਾਡਾ ਤੇ ਰਾਜ ਵੀ ਤੁਹਾਡਾ, ਮੈਂ ਤੁਹਾਡਾ ਸੇਵਕ ਹਾਂ। ਸ਼ੇਰ ਮੁਹੰਮਦ ਕਹਿੰਦਾ, ਉਹ ਵਜ਼ੀਦ ਖਾਂ, ਮੈਂ ਤੈਨੂੰ ਰੋਕਿਆ ਉਸ ਪਾਪ ਤੋਂ, ਤੂੰ ਨਿੱਕੇ ਨਿੱਕੇ ਬੱਚਿਆਂ ਦਾ ਕਤਲ ਕਰ ਦਿੱਤਾ। ਔਰ ਉਹਦੀ ਭਾਵਨਾ ਦੇਖੋ, ਇੱਕ ਪਾਸੇ ਉਹਦੇ ਭਰਾ ਨੂੰ ਮਾਰਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਪਰ ਜਦੋਂ ਇਹ ਕਾਰਾ ਕਰ ਦਿੱਤਾ ਸੀ, ਨਿੱਕੀਆਂ ਨਿੱਕੀਆਂ ਦੋਨੇ ਕਿਰਪਾਨਾਂ, ਕਹਿੰਦਾ ਓਏ ਜ਼ਾਲਮੋ ਆ ਤੱਕ ਤੁਸੀਂ ਕਾਰਾ ਕਰ ਹੀ ਦਿੱਤਾ ਹੈ। ਕਹਿੰਦਾ ਇਹ ਸਾਹਿਬਜ਼ਾਦਿਆਂ ਦੀਆਂ ਕਿਰਪਾਨਾਂ ਮੈਨੂੰ ਦੇ ਦਿਓ, ਮੈਂ ਨਿਸ਼ਾਨੀ ਰੱਖਾਂਗਾ। ਅੱਜ ਤੱਕ ਉਹ ਨਿਸ਼ਾਨੀ ਪਈ ਹੈ ਸ਼ੇਰ ਮੁਹੰਮਦ ਖਾਨ ਦੇ ਖਾਨਦਾਨ 'ਚ। 2 ਕਿਰਪਾਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਦੀਆਂ। ਕਹਿੰਦਾ ਹੁਣ ਦੱਸ ਤੇਰਾ ਕੀ ਬਣੇਗਾ? ਦਿੱਲੀ ਦੇ ਤਖਤ ਨੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਮੱਥਾ ਟੇਕ ਦਿੱਤਾ ਹੈ। ਸਾਰੀ ਵਾਰਤਾ ਦੱਸੀ। ਇਹਨੇ ਇੱਕ ਗੁਪਤ ਮੀਟਿੰਗ ਕੀਤੀ ਕਿ ਜੱਦੀ ਪੁਸ਼ੀ ਬੈਰ ਵਾਲਾ ਕੋਈ ਖਾਨਦਾਨ ਲੱਭ ਗਿਆ, ਵੱਡੇ ਵੀਰ ਤੋਂ ਮੰਗਾਏ ਗਏ। ਇਹਨਾਂ ਨੂੰ ਪੁੱਛਿਆ, ਕਹਿੰਦੇ ਜੀ ਇਸ ਗੁਰੂ ਦੇ ਦਾਦੇ ਨੇ ਸਾਡੇ ਦਾਦੇ ਨੂੰ ਮਾਰਿਆ ਸੀ, ਪੈਂਦੇ ਖਾਂ ਨੂੰ। ਅਸੀਂ ਪੈਂਦੇ ਖਾਂ ਦੇ ਪੋਤਰੇ ਹਾਂ। ਸਾਡੇ ਪਿਤਾ ਨੂੰ ਇਸ ਗੁਰੂ ਨੇ ਮਾਰਿਆ, ਗੁਰੂ ਸਾਡਾ ਦੁਸ਼ਮਣ ਹੈ। ਕਹਿਣ ਲੱਗੇ, ਫਿਰ ਬੱਚਿਓ ਗੁਰੂ ਮੇਰਾ ਵੀ ਦੁਸ਼ਮਣ ਹੈ ਤੇ ਤੁਹਾਡਾ ਵੀ ਦੁਸ਼ਮਣ ਹੈ। ਬਿਉਂਤ ਮੇਰੇ ਕੋਲ ਹੈ, ਪੈਸਾ ਮੇਰੇ ਕੋਲ ਹੈ, ਰਸੂਖ ਮੇਰੇ ਕੋਲ ਹੈ। ਮੈਂ ਇੱਕ ਪੱਤਰਕਾ ਲਿਖੂੰਗਾ, ਪਰ ਇਸ ਤੋਂ ਪਹਿਲਾਂ ਗੁਰੂ ਦਾ ਪਤਾ ਕਰਨਾ ਹੋਏਗਾ। ਕਹਿੰਦੇ ਜੀ ਇਹ ਸਾਡੇ ਵੱਸ ਦੀ ਗੱਲ ਨਹੀਂ। ਕਹਿੰਦਾ ਇੰਨਾ ਕੁ ਤਾਂ ਪਤਾ ਲੱਗੇ ਪੰਜਾਬ ਤੋਂ ਬਾਹਰ ਚਲੇ ਗਏ, ਦਿੱਲੀ ਤੋਂ ਪਤਾ ਲੱਗੂ ਉਹਨਾਂ ਦੇ ਮਹਿਲਾਂ ਤੋਂ। ਇਹਨੇ ਮੁਸਲਮਾਨ ਭੇਜੇ ਸੂਈਏ ਔਰ ਸਿੱਖ ਬਣ ਕੇ ਗਏ। ਮਾਤਾ ਸੁੰਦਰ ਕੌਰ ਦੇ ਕੋਲ ਪੁੱਛਿਆ, ਅਸੀਂ ਜੀ ਬੜੀ ਦੇਰ ਦੇ ਤਰਸ ਗਏ ਗੁਰੂ ਦੇ ਦਰਸ਼ਨਾਂ ਨੂੰ, ਸਾਡਾ ਗੁਰੂ ਨਹੀਂ ਸਾਨੂੰ ਲੱਭ ਰਿਹਾ। ਕਹਿੰਦੇ ਭਾਈ ਤੁਹਾਡਾ ਗੁਰੂ ਤਾਂ ਦੱਖਣ ਦੇਸ਼ ਚਲਾ ਗਿਆ। ਮਾਤਾ ਦੱਖਣ ਦੇਸ਼ ਤਾਂ ਬਹੁਤ ਵੱਡਾ ਹੈ, ਕੋਈ ਖਾਸ? ਕਹਿਣ ਲੱਗੇ ਹਾਂ, ਗੁਰੂ ਸਾਹਿਬ ਕਹਿੰਦੇ ਸੀ ਵੀ ਨੰਦੇੜ ਵਿੱਚ ਕੋਈ ਖਾਸ ਕਾਰੀਏ ਹਨ। ਕਹਿੰਦੇ ਠੀਕ ਹੈ। ਉਹਨੇ ਆ ਕੇ ਦੱਸਿਆ। ਔਰ ਇਸ ਗੱਲ ਨੂੰ, ਇਸ ਗੁੱਝੀ ਗੱਲ ਨੂੰ ਅੱਜ ਤੱਕ ਕਿਸੇ ਇਤਿਹਾਸ ਦੇ ਵਿੱਚ ਨਹੀਂ ਲਿਖਿਆ। ਕੇਵਲ ਇੱਕ ਚਤਰਯੁਗੀ ਨਾਮ ਦੀ ਪੁਸਤਕ ਹੈ ਜਿਹੜੀ ਭਾਈ ਵੀਰ ਸਿੰਘ ਦੇ ਹੱਥ ਲੱਗੀ, ਡਾਕਟਰ ਭਾਈ ਵੀਰ ਸਿੰਘ ਦੇ। ਉਹਨਾਂ ਨੇ ਫਿਰ ਇਸ ਦਾ ਹਵਾਲਾ ਦਿੱਤਾ ਕਿ ਇਹ ਸੱਜਣ ਸੂਬਾ ਸਰਹੰਦ ਨੇ, ਸਰਹੰਦ ਤੋਂ ਭੇਜੇ ਨੰਦੇੜ। ਫਿਰੋਜ਼ ਖਾਨ ਦੇ ਨਾਂ 'ਤੇ ਚਿੱਠੀ ਲਿਖੀ ਕਿ ਮੈਂ 2 ਸਿਪਾਹੀ ਭੇਜਦਾ, ਆਪਣੀ ਫੌਜ ਵਿੱਚ ਭਰਤੀ ਕਰ ਲੈ। ਉਹਨੇ ਆਪਣੀ ਫੌਜ ਵਿੱਚ ਭਰਤੀ ਕਰ ਲਏ। ਇਹ guਰੂ ਸਾਹਿਬ ਦੇ ਨੰਦੇੜ ਪਹੁੰਚਣ ਤੋਂ ਪਹਿਲਾਂ ਉੱਥੇ ਪਹੁੰਚ ਗਏ ਸਨ। ਗੁਰੂ ਸਾਹਿਬ ਦੇ ਰਸਤੇ ਵਿੱਚ ਸੀ ਇਹ ਉਹ ਸੱਜਣ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਤਮ ਇਤਿਹਾਸ ਨੂੰ ਕੱਲੀ ਤਵਾਰੀਖ ਪੜ੍ਹ ਕੇ, ਕੱਲਾ ਸੂਰਜ ਪ੍ਰਕਾਸ਼ ਪੜ੍ਹ ਕੇ ਪੱਲੇ ਕੁਛ ਪੈਣ ਵਾਲਾ ਨਹੀਂ। ਘੱਟੋ ਘੱਟ 10 ਲੇਖਕ ਵੱਖਰੇ ਵੱਖਰੇ ਰਾਇਆਂ ਵਾਲੇ ਪੜ੍ਹਨੇ ਪੈਣਗੇ। ਉਹ ਇੱਕ ਲੰਮੀ ਕਹਾਣੀ ਹੈ। ਕੁਝ ਇਤਿਹਾਸਕਾਰਾਂ ਨੇ ਮੱਖੀ ਤੇ ਮੱਖੀ ਮਾਰੀ ਹੈ। ਜੋ ਪਹਿਲੇ ਨੇ ਲਿਖਿਆ ਸ਼ਬਦ ਬਦਲ ਕੇ ਲਿਖ ਦਿੱਤੇ।
ਕਈਆਂ ਨੇ ਈਰਖਾ ਚ ਆ ਕੇ ਲਿਖਿਆ ਗੁਰੂ ਗੋਬਿੰਦ ਸਿੰਘ ਨੂੰ ਨੀਵਾਂ ਦਿਖਾਉਣ ਵਾਸਤੇ, ਕਈਆਂ ਨੇ ਬਹਾਦਰ ਸ਼ਾਹ ਨੂੰ ਨੀਵਾਂ ਦਿਖਾਉਣ ਕੇ ਉਧਰ ਨੂੰ ਪਲਟਣਾ ਚਾਹਿਆ ਹੈ। ਪਰ ਅਸਲੀ ਗੱਲ ਜਿਹੜੀ ਹੈ, ਕਵੀ ਸੈਨਾਪਤੀ ਜਿਹੜਾ ਉਸ ਵੇਲੇ ਹਾਜ਼ਰ ਸੀ, ਉਹਨੇ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਜਿਹੜਾ ਲਿਖਿਆ, ਸਭ ਤੋਂ ਨੇੜਲਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਦੇ ਜੀਵਨ ਦਾ। ਬਾਕੀ ਕੋਈ 100 ਸਾਲ ਬਾਅਦ, ਕੋਈ 200 ਸਾਲ ਬਾਅਦ, ਕੋਈ 150 ਸਾਲ ਬਾਅਦ ਲਿਖਦਾ ਹੈ। ਇਹ ਸਿਰਫ 30 ਸਾਲ ਬਾਅਦ ਆਪਣੀ ਪੁਸਤਕ ਤਿਆਰ ਕਰਦਾ ਹੈ। ਉਸ ਵੇਲੇ ਕਵੀ ਸੈਨਾਪਤ ਨਾਲ ਸੀ। ਗੁਰਸੋਭਾ ਗ੍ਰੰਥ। ਹੁਣ ਬਾਰ-ਬਾਰ ਕਹੀ ਗਈ ਗੱਲ ਕਿ ਜੀ ਗੁਰੂ ਗੋਬਿੰਦ ਸਿੰਘ ਨੇ ਸੂਰਜ ਪ੍ਰਕਾਸ਼ ਬਾਰ-ਬਾਰ ਪੜ੍ਹੋਗੇ, ਭੁੱਲ ਕੋਈ ਵੀ ਕਰ ਸਕਦਾ ਹੈ। ਲੇਖਕ ਨੂੰ ਪੂਰੇ ਤੱਥ ਨਾ ਮਿਲਣ ਕਰਕੇ ਤੇ ਉੱਥੇ ਫਿਰ ਥੋੜ੍ਹਾ ਜਿਹਾ ਇਤਿਹਾਸ ਉਹ ਲਿਖਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਬਾਰ-ਬਾਰ ਉਸਕਾਇਆ। ਉਹ ਆਪਣੇ ਬਾਪ ਦਾਦੇ ਦਾ ਨਹੀਂ ਹੁੰਦਾ ਜਿਹੜਾ ਆਪਣੇ ਪਿਓ ਦਾਦੇ ਦਾ ਬੈਰ ਨਾ ਲਵੇ, ਤੇ ਮਹਾਰਾਜ ਰੋਜ਼ ਮਿਹਣੇ ਮਾਰਦੇ ਰੋਜ਼। ਇਹ ਗੱਲਾਂ ਨਹੀਂ ਹਨ ਗੁਰੂ ਪਿਆਰੇ। ਗੱਲ ਕੀ ਹੈ? ਗੱਲਾਂ ਇਹ ਹੋਈਆਂ, ਪਰ ਗੁਰੂ ਦੀ ਜ਼ਬਾਨੋਂ ਕਹਾ ਦਿੱਤੀਆਂ, ਇਹ ਮਾੜੀ ਗੱਲ ਹੋਈ। ਤੀਰ ਅੰਦਾਜ਼ੀ ਚੱਲੀ। ਬਕਰਾ ਈਦ ਨੂੰ ਮੁਸਲਮਾਨਾਂ ਨੇ, ਇਹਨਾਂ ਪਠਾਨਾਂ ਨੇ ਜੌਹਰ ਦਿਖਾਏ, ਸਭ ਤੋਂ ਵਧੀਆ ਤੀਰ ਚਲਾਏ ਇਹਨਾਂ ਨੇ। ਫਿਰੋਜ਼ ਖਾਨ ਨੇ ਕਿਹਾ ਇਹਨਾਂ ਅੱਵਲ ਦਰਜੇ ਦਾ ਇਨਾਮ ਦਿੱਤਾ ਜਾਏ। ਈਰ ਖਾਲੂ ਪਠਾਨ ਟੁੱਟ ਕੇ ਪੈ ਗਏ। ਕਹਿੰਦੇ ਇਹਨਾਂ ਦੇ ਮੂੰਹ 'ਚ ਥੁੱਕਣਾ ਚਾਹੀਦਾ, ਇਹਨਾਂ ਦੇ ਮੂੰਹ 'ਚ ਸੂਰ ਦਾ ਹੱਡ ਦੇਣਾ ਚਾਹੀਦਾ। ਉਹ ਕਹਿੰਦੇ ਕਿਉਂ? ਭੜਕ ਗਏ। ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਜਾ ਕੇ ਝੂਠੇ ਟੁਕੜ ਖਾਣ ਵਾਲੇ ਨੇ ਇਹ। ਇਹਨਾਂ ਦਾ ਬਾਪ ਮਾਰਿਆ, ਇਹਨਾਂ ਦਾ ਦਾਦਾ ਮਾਰਿਆ, ਉਹ ਨਲਾਇਕ ਪੁੱਤਰ ਹੁੰਦੇ ਨੇ। ਉਹ ਸਾਰੀਆਂ ਗੱਲਾਂ ਫਿਰੋਜ਼ ਖਾਂ ਦੀ ਸਭਾ ਵਿੱਚ ਹੋਈਆਂ ਸੀ, ਜਿਹੜੀਆਂ ਗੁਰੂ ਗੋਬਿੰਦ ਸਿੰਘ ਤੋਂ ਕਹਾ ਦਿੱਤੀਆਂ ਗਈਆਂ। ਕਈਆਂ ਜ਼ਰੂਰ, ਪਰ ਉਹ ਕਿਸੇ ਹੋਰ ਦਾ ਹੋਰ ਇਤਿਹਾਸ ਜੁੜ ਗਿਆ। ਇਹਨਾਂ ਦੇ ਅੱਗ ਲੱਗੀ। ਮਾਂ ਨੂੰ ਜਾ ਕੇ ਕਹਿੰਦੇ ਅਸੀਂ ਗੁਰੂ ਨੂੰ ਛੱਡਣਾ ਨਹੀਂ। ਮਾਂ ਨੇ ਬੜੇ ਤਰਲੇ ਪਾਏ, ਪਰ ਇਹਨਾਂ ਨੇ ਇੱਕ ਨਾ ਮੰਨੀ। ਮਹਾਰਾਜ ਸਾਹਿਬ ਜਾਣਦੇ ਸੀ ਵੀ ਇਹ ਪਾਣਾ ਇਸ ਤਰ੍ਹਾਂ ਵਰਤਣਾ, ਤੇ ਜੈਸਾ ਹੁਕਮ ਅਕਾਲ ਕਾ ਥਾ ਸੋਈ ਮੰਨ ਲਿਆ। ਮੰਗਿਆ ਸੀ ਦੁਸ਼ਮਣ ਦੇ ਹੱਥੋਂ, ਅਰ ਜੂਝ ਕੇ ਮਰਨਾ। ਤੇ ਅੱਜ ਪਲੰਗੇ ਤੇ ਜੰਗ, ਇਹ ਪਹਿਲਾ ਜੰਗ ਐਸਾ ਸੀ। ਮਹਾਰਾਜ ਸਾਹਿਬ ਨੇ 14 ਜੰਗ ਲੜੇ, ਪਰ ਜਿਹੜਾ ਪਲੰਗੇ ਤੇ ਬਹਿ ਕੇ ਜੰਗ ਲੜਿਆ ਆਖਰੀ ਜੰਗ, ਇਹ ਇੱਕ ਆਪਣੀ ਕਿਸਮ ਦਾ ਜੰਗ ਸੀ। ਮੁੱਕਦੀ ਗੱਲ ਕਿ ਗੁਲ ਖਾਂ ਆਉਂਦਾ ਹੈ, ਅਤੌਲੇ ਖਾਂ ਬਾਹਰ ਖੜਦਾ ਹੈ, ਜਮਸ਼ੈਦ ਖਾਂ ਤੇ ਪਹਿਰੇਦਾਰ ਸੁਸਤ ਹੋਇਆ। ਇਹ ਅੰਦਰ ਉਹੀ ਖੰਜਰ ਕੋਲ ਹੈ। ਮਹਾਰਾਜ ਆਰਾਮ ਦੇ ਨਾਲ ਪਏ ਸੀ। ਨੇ ਜ਼ੋਰ ਦੀ ਬੱਖੀ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਬੱਖੀ ਤੋਂ ਸਾਈਡ ਤੇ ਲੱਗ ਗਏ। ਦੂਜੀ ਫੇਰ ਮਾਰੀ, ਥੋੜੀ ਜਿਹੀ ਟੁੰਬੀ, ਉਹਦੇ 'ਚ ਫਿਰ ਇਹਦਾ ਹੱਥ ਕੰਬ ਗਿਆ। ਤੀਜੀ ਵਾਰ ਮਹਾਰਾਜ ਦੀ ਬੱਖੀ ਵਿੱਚ ਇਹਨੇ ਮਾਰ ਦਿੱਤੀ। ਤਾਂ ਮਹਾਰਾਜ ਸਾਹਿਬ ਜੀ ਨੇ ਹਰ ਵਕਤ ਸ਼ਸਤਰਾਂ ਦਾ ਕਦੇ ਵਸਾਹ ਨਹੀਂ ਸੀ ਕਰਦੇ। ਦੂਸਰੀ ਖੰਜਰ ਮਹਾਰਾਜ ਨੇ ਚੁੱਕੀ, ਇੱਕ ਹੱਥ ਉਹਦੇ ਜਾਮੇ ਨੂੰ ਪਾਇਆ, ਦੂਜੇ ਹੱਥ ਨਾਲ ਮਿਆਨ ਦੇ ਵਿੱਚੋਂ ਕੱਢਣ ਦਾ ਯਤਨ ਕੀਤਾ, ਪਰ ਉਹ ਨਿਕਲੀ ਨਹੀਂ। ਦੂਸਰੀ ਵਾਰ ਫੇਰ ਝਟਕਿਆ, ਉਹ ਫੇਰ ਨਹੀਂ ਨਿਕਲੀ। ਤੀਸਰੀ ਵਾਰੀ ਝਟਕੀ, ਮਿਆਨ ਤੋਂ ਬਾਹਰ ਆ ਗਈ। ਉੱਥੇ ਇਤਿਹਾਸਕਾਰ ਕਹਿੰਦੇ ਇਹਦਾ ਮਤਲਬ ਇਹ ਹੈ ਵੀ 19 ਸਵਾਸ ਗੁਲ ਖਾਂ ਦੇ ਬਾਕੀ ਰਹਿੰਦੇ ਸੀ ਅਜੇ, ਇਸ ਕਰਕੇ ਮਿਆਨ ਤੋਂ ਬਾਹਰ ਨਹੀਂ ਨਿਕਲੇ। ਤੇ ਮਹਾਰਾਜ ਸਾਹਿਬ ਦੇ 'ਚ ਕਿੰਨਾ ਬਲਵਾ ਸੀ। ਪੇਟ ਪਾੜਿਆ ਪਿਆ ਤੇ ਖੂਨ ਫੁਹਾਰਿਆਂ ਦੀ ਤਰ੍ਹਾਂ ਜਾਂਦਾ ਹੈ। ਦੁਸ਼ਮਣ ਨੂੰ ਇੱਕ ਹੱਥ ਨਾਲ ਫੜਿਆ ਤੇ ਉਹ ਨੌਜਵਾਨ ਪੱਲਾ ਨਹੀਂ ਛਡਾ ਸਕਿਆ। ਦੱਸਣ ਨੂੰ ਬਹੁਤ ਦੇਰ ਲੱਗ ਰਹੀ ਹੈ ਮੈਨੂੰ, ਇਹ ਤਾਂ ਬਹੁਤ ਸਕਿੰਟਾਂ ਦੇ ਹਿਸਾਬ ਸਿਰ ਕੰਮ ਹੋਇਆ। ਮਹਾਰਾਜ ਨੇ ਸੱਜੇ ਹੱਥ ਨਾਲ ਮਾਰੀ ਖੰਜਰ ਜ਼ੋਰ ਦੀ, ਮੁੱਖੋਂ ਕਹਿੰਦਾ ਹਾਏ ਅੰਮਾ। ਮਹਾਰਾਜ ਬੋਲੇ ਅੱਲਾ ਕਹਿ ਅੱਲਾ। ਅੰਮਾ ਕਹਿਣ ਕਾ ਕੌਣ ਸਾ ਬੇਲਾ ਹੈ? ਮਹਾਰਾਜ ਕਹਿੰਦੇ ਅੰਮਾ ਕਹਿਣ ਦਾ ਬੇਲਾ ਹੈ। ਉਦੋਂ ਮੰਨ ਲੈਂਦਾ ਅੰਮਾ ਦੀ। ਧਰਤੀ ਤੇ ਡਿੱਗਿਆ, ਡਿੱਗਣ ਸਾਰ ਪ੍ਰਾਣ ਨਿਕਲ ਗਏ। ਮਹਾਰਾਜ ਕਹਿੰਦੇ ਕੋਈ ਹੈ? ਸਿੰਘ ਦੌੜ ਕੇ ਆਉਂਦੇ ਨੇ। ਭਾਈ ਲੱਖਾ ਸਿੰਘ ਮੂਹਰੇ ਹੈ, ਮਿਆਨੋਂ ਕਿਰਪਾਨ ਧੋਈ ਆ ਹੱਥ ਵਿੱਚ, ਤੇ ਆਉਂਦੇ ਮਾਰ ਕੇ ਵੱਢ ਕੇ ਸਿਰ ਤੇ ਟੋਟੇ 2 ਕਰ ਦਿੱਤੇ, ਜਿਹੜੇ ਸਾਡੇ ਇਤਿਹਾਸਕਾਰਾਂ ਨੇ ਕਿਹਾ ਵੀ ਕਿਰਪਾਨ ਦੇ ਨਾਲ ਇਹਦਾ ਸਿਰ ਵੱਢਿਆ। ਲੱਖਾ ਸਿੰਘ ਨੇ ਵੱਢਿਆ ਸੀ। ਪੜ੍ਹ ਕੇ ਹੀ ਆਪਾਂ ਨੂੰ ਕੋਈ ਵਿਚਾਰ ਕਰਨੀ ਚਾਹੀਦੀ ਹੈ। ਮਹਾਰਾਜ ਹੱਸ ਕੇ ਕਹਿੰਦੇ ਲੱਖਾ ਸਿੰਘ ਇਹ ਕੀ ਕੀਤਾ ਹੈ? ਕਹਿੰਦਾ ਜੀ ਦੁਸ਼ਮਣ ਮਾਰਿਆ। ਕਹਿੰਦੇ ਤਾਂ ਤੇਰੇ ਆਉਣ ਤੋਂ ਪਹਿਲਾਂ ਮਰਿਆ ਪਿਆ ਸੀ, ਮਰੇ ਦੇ ਵੱਢ ਕੇ 2 ਟੋਟੇ ਕਰ ਦਿੱਤੇ। ਇਹ ਤਾਂ ਅਸੀਂ ਪਹਿਲੇ ਮਾਰ ਲਿਆ ਸੀ। ਆਪਣੇ ਦੁਸ਼ਮਣ ਨੂੰ ਕਿਸੇ ਦੀ ਗੋਚਰੇ ਨਹੀਂ ਛੱਡਿਆ, ਆਪ ਮਾਰਿਆ। ਦੂਸਰਾ ਨੱਠਣ ਲੱਗਿਆ, ਉਹ ਸਿੰਘਾਂ ਨੇ ਝਟਕ ਦਿੱਤਾ। ਭਾਈ ਦਇਆ ਸਿੰਘ ਜੀ ਆਏ, ਗਰੀਬ ਨਵਾਜ਼, ਸਾਨੂੰ ਕਹਿੰਦੇ ਸੀ ਤੁਰਕਾਂ ਦਾ ਵਸਾਹ ਨਹੀਂ ਕਰਨਾ। ਕਹਿੰਦੇ ਇਹ ਵੀ ਪਾਣਾ ਹੀ ਸੀ ਸਾਰਾ।
भाई दया सिंह ਦੀਆਂ ਅੱਖਾਂ ਭਰ ਗਈਆਂ। ਕਹਿੰਦੇ ਮਹਾਰਾਜ ਇਸ ਧਰਤੀ ਤੇ ਤੁਹਾਡੇ ਪਿਤਾ ਦਾ ਖੂਨ ਡੁੱਲਿਆ, ਫੁਆਰੇ ਦੀ ਤਰ੍ਹਾਂ ਖੂਨ ਚੱਲਿਆ ਜਦੋਂ ਸੀਸ ਤੇ ਤੜ ਵੱਖਰਾ ਹੋਇਆ ਸੀ। ਫਿਰ ਤੁਹਾਡੇ ਪੁੱਤਰਾਂ ਦਾ ਖੂਨ ਡੁੱਲਿਆ, ਤੁਹਾਡੇ ਭੂਆ ਦੇ ਪੁੱਤਰਾਂ ਦਾ, ਤੁਹਾਡੇ ਮਾਮੇ ਦੇ ਪੁੱਤਰਾਂ ਦਾ। ਸੱਚੇ ਪਾਤਸ਼ਾਹ ਆਹੀ ਕਸਰ ਰਹਿੰਦੀ ਸੀ ਵੀ ਤੁਹਾਡਾ ਖੂਨ ਵੀ ਇਸ ਤਰ੍ਹਾਂ ਦੇਖਣਾ ਸੀ ਸੰਗਤਾਂ ਨੇ। ਮਾਰੇ ਕਹਿੰਦੇ ਤੂੰ ਬ੍ਰਹਮ ਗਿਆਨੀ ਹੈ, ਇਹ ਅਗਿਆਨੀਆਂ ਵਾਲੀਆਂ ਬਾਤਾਂ ਨਹੀਂ, ਇਹ ਪਾਣਾ ਸੀ ਮਹਾਰਾਜ ਦਾ। ਜਰਾ ਬੁਲਾਇਆ, ਤੋਪੇ ਲੱਗੇ, ਜ਼ਖਮ ਸਾਫ਼ ਕੀਤਾ, ਇੱਕ ਵਾਰੀ ਸਵੱਛ ਹੋਏ। ਬਹਾਦਰ ਸ਼ਾਹ ਨੇ ਆਪਣੀ ਡਿਊਟੀ ਕੀਤੀ। 500 ਰੁਪਏ ਦਾ ਕੜਾਹ ਪ੍ਰਸ਼ਾਦ ਹੋਇਆ। ਦੁਬਾਰੇ ਚਿੱਲਾ ਚਾੜਨ ਕਰਕੇ ਜਦੋਂ ਮਹਾਰਾਜ ਸਾਹਿਬ ਜੀ ਦੇ ਤੋਪੇ ਇਹ ਜ਼ਖਮ ਦੇ ਟੁੱਟੇ ਨੇ, ਜਰਾ ਬੁਲਾਇਆ। ਮਹਾਰਾਜ ਕਹਿੰਦੇ ਹੁਣ ਜਰਾ ਬੁਲਾਉਣ ਦੀ ਲੋੜ ਨਹੀਂ, ਉਹਨੂੰ ਸਿਰੋਪੋ ਦੇ ਕੇ ਪੈਦਾ ਕਰ ਦਿੱਤਾ। ਪਰ ਸਾਡੇ ਲੇਖ ਕਹਿੰਦੇ ਨੇ ਵੀ ਬਾਦਸ਼ਾਹ ਨੇ, ਬਹਾਦਰ ਸ਼ਾਹ ਨੇ ਜਰਾ ਭੇਜੇ ਸੀ, ਉਦੋਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਸਵੱਛ ਹੋ ਗਏ ਸੀ। ਉਹ ਪਹਿਲਾਂ ਦੀ ਬਾਤ ਹੈ। ਤੇ ਮਹਾਰਾਜ ਸਾਹਿਬ ਜੀ ਜਰਾ ਨੂੰ ਅਮਰ ਸਿੰਘ ਉਹਦਾ ਨਾਂ ਸੀ, ਸਿਰੋਪੋ ਦੇ ਕੇ ਪੈਦਾ ਕੀਤਾ। ਉੱਥੇ ਫਿਰ ਸ਼ਬਦ ਨੇ ਇਤਿਹਾਸ ਦੇ, ਕਹਿੰਦੇ ਜੈਸਾ ਹੁਕਮ ਅਕਾਲ ਕਾ ਥਾ ਸੋਈ ਮਾਨਾ, ਚਾਹੋ ਜਰਾ ਹਕੀਮ ਨੇ ਫਿਰ ਜ਼ਖਮ ਸਲਾਨਾ, ਨਹਿ ਸਲਵਾਇਓ ਸਤਿਗੁਰੂ। ਜਵਾਬ ਦੇ ਦਿੱਤਾ। ਕੀ ਕੀਤਾ? ਖੁਦ ਹੀ ਬੰਦ ਰੱਖਾ, ਕਮਰ ਕਸਾ ਕਰ ਲਿਆ। ਕਿਉਂ? ਕਹਿੰਦੇ ਤਨ ਅਸਥੂਲ ਤਿਆਗ ਨੂੰ ਹਿਤ ਤਿਆਰਾ ਲਾਖਾ। ਸਾਡੀ ਤਿਆਰੀ ਆ, ਪੰਚਮੀ ਨੂੰ ਸਮਾਵਾਂਗੇ। ਸਭਾ ਲੱਗੀ ਹੈ। ਤ੍ਰਿਤੀਆ ਕੇ ਦਿਨ ਸਭਾ ਮੈਂ ਜਦ ਥਿਰੇ ਗੁਸਾਈ, ਸਭ ਸਿੰਘਨ ਕਰ ਜੋਰ ਕੇ ਇਮ ਅਰਜ ਅਲਾਈ, ਆਪ ਲੋਭ ਤਨ ਕਰਨ ਕੀ ਅਬ ਕੀਨੀ ਤਿਆਰੀ, ਸੰਗਤ किसके आसरे फिर जिया विचारी, पकड़ावत लड़ गुर रहे पूर्वले हेरो, निज तन तजने के समय दूसरे गुरु केरो। महाराज सानू किहदे लड़ ला के चले हो? उस वेले फिर महाराज साहब कहते ये सुन तब सतगुरु कर दया उचारा, हम मैं अब वो सो गुर था पैं जो सबसे भारा, अजर अमर अखंड रह एक रस संभावै, भेद पख बिन सभी को उपदेश दरड़ावै। कहते मैं तुहानू इहो जिहे गुरु दे लड़ लावांगा जिहड़ा कदे बुढ़ापा नहीं आएगा, जिहदे ते कदे मौत नहीं आएगी। ये चलो भावना दे बस साडे विचों कई कहंदे ने ये गुरु ग्रंथ साहिब दा स्वरूप बिरध हो गया। महाराज नहीं मानते इस गल नूं। गुरु गोबिंद सिंह वो कहंदे अजर अमर और मौत भी नहीं आएगी, कदे मरेगा नहीं गुरु ग्रंथ साहिब, बुढ़ापा नहीं आएगा। अजर अमर अखंड एक रस रहने वाला है, खंडिया नहीं जाएगा। एक रस संभावै, भेद पख बिन सभी को उपदेश दरड़ावै। ये कह गुरु ग्रंथ का पटका प्रकाश करायो, पैसे पंच नरेल तिस अगर टकायो। पंज सिंह ताबे खड़े कीते, कर पर कर्मा गुरु जी अब बंधन कियो, गुरु रूप थोपेगे सब ते पुजबियो। और अपना श्रीमुख बाग के खालसा जी आपन पौ श्री खालसे सौंपा। दो तरह करके दर्शना हुंदा है। मैं अपना अस्थूल शरीर अपने खालसे नूं सौंपिया, आपन पौ श्री खालसे सौंपा। दुती रूप सतगुरु ग्रंथा, उत्ते भी सतगुरु ग्रंथ साहिब लिखिया महाराज ने। ये विष्ण पद पुनिया की छंदां दे विचों एक बड़ा आदर योग ऐसा छंद है। 52 ਜਿਹੜੇ ਛੰਦ ਦਸਮ ਦੇ ਅੰਦਰ ਸ੍ਰੀ ਸਰਵਲੋ ਪ੍ਰਕਾਸ਼ ਦੇ ਅੰਦਰ ਯੂਨੀਵਰਸਿਟੀ ਵਾਲੇ ਤਾਂ ਕਹਿੰਦੇ ਵੀ ਇਹ 200 ਦੇ ਕਰੀਬਨ, ਪਰ ਸੰਪਰਦਾ ਵਿੱਚ ਇਹਨੂੰ 50 ਕਿਹਾ ਜਾਂਦਾ ਹੈ। 52 ਕਿਸਮ ਦੇ ਛੰਦਾਂ 'ਚ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਆਪਨ ਪਉ ਸ੍ਰੀ ਖਾਲਸੇ ਸੰਪਾ, ਦੁਤੀ ਰੂਪ ਸਤਿਗੁਰੂ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਖਣ। ਗੁਰੂ ਗ੍ਰੰਥ ਸਾਹਿਬ ਦਾ ਬੋਲਣਾ ਕਹਿੰਦੇ ਜਦੋਂ ਸ਼ਬਦ ਦਾ ਉਚਾਰਨ ਹੋਇਆ, नाम गोविंद कीर्तन संथा, गुणन बाद पुन सिवत सलाहन, ऊठत बैठ सैन करंथा, पावन पंथ खालसा प्रगटियो। 4 वर्ण आश्रम सो पंसा, इनके दर्श सतगुरु को दर्शन। कदों? ये नहीं है भी स्टेज लगी है कि उत्थे देश वार्ता हो रही है, राज वार्ता हो रही है, राजनीति हो रही है, जां किसी देह दी उपमा हो रही है,
ਜਾਂ ਕੋਈ ਹੋਰ ਕਿਸੇ ਦੀ ਨਿੰਦਿਆ ਹੋ ਰਹੀ ਹੈ, ਕਿਸੇ ਨੂੰ ਟਾਰਗੇਟ ਬਣਾ ਕੇ ਇੱਕ ਨੀਵਾਂ ਦਿਖਾਉਣ ਦੇ ਲਈ ਈਰਖਾ ਦਵੈਸ਼ ਦੀ ਭੜਾਸ ਕੱਢੀ ਜਾ ਰਹੀ ਹੈ। ਮਹਾਰਾਜ ਕਹਿੰਦੇ ਇਹ ਨਹੀਂ, ਕੇਵਲ ਬੋਲਣ ਗੁਰੂ ਸ਼ਬਦ ਗੁਰ ਗ੍ਰੰਥਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੋਵੇ, ਕੀਰਤਨ ਹੋਵੇ, ਇਤਿਹਾਸ ਦੀ ਵਿਚਾਰ ਹੋਵੇ ਤੇ ਉਹਦੇ ਅਨੁਸਾਰ ਮਹਾਂਪੁਰਸ਼ਾਂ ਦੀ ਉਪਮਾ ਹੋਵੇ ਗੁਰਬਾਣੀ ਦੇ ਅਨੁਸਾਰ, ਇਹਦੇ ਤੇ ਕੋਈ ਪਾਬੰਦੀ ਨਹੀਂ ਹੈ। ਇਨਕੇ ਦਰਸ ਸਤਿਗੁਰੂ ਕੋ ਦਰਸ਼ਨ, ਬੋਲਣ ਗੁਰੂ ਸ਼ਬਦ ਗੁਰੂ ਗ੍ਰੰਥਾ, ਦੁਆਦਸ਼ ਰੂਪ ਸਤਿਗੁਰੇ ਕਹੀਅਤ। ਇਹ 10 ਸਰੂਪ ਸਾਡੇ ਨੇ। ਕਿਹੜੇ? ਗੁਰੂ ਨਾਨਕ ਤੋਂ ਸਾਡੇ ਤੱਕ 10, 11ਵਾਂ ਗੁਰੂ ਗ੍ਰੰਥ ਸਾਹਿਬ ਤੇ 12ਵਾਂ ਮੇਰਾ ਖਾਲਸਾ। ਦੁਆਦਸ਼ ਰੂਪ ਸਤਿਗੁਰੇ ਕਹੀਅਤ, ਦੁਆਦਸ਼ ਭਾਨ ਪ੍ਰਗਟ ਹਰ ਸੰਤਾ, ਪ੍ਰਤੱਖ ਕਲਾ ਪਾਰ ਬੈਣ ਤਰੀਚੈ, ਗ੍ਰੰਥ ਪੰਥ ਖਾਲਸੀ ਵਰਤੰਤ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਨੰਦੇੜ ਦੀ ਧਰਤੀ ਦੇ ਅੰਦਰ ਜੁਗੋ ਜੁਗ ਅਟਲ। ਔਰ ਜਿਹੜੇ ਬਚਨ 6ਵੇਂ ਪਾਤਸ਼ਾਹ ਨੇ ਕਹੇ ਸਨ, 10ਵੇਂ ਜਾਮੇ ਦੇ ਵਿੱਚ ਅੱਜ ਉਹ ਸਕਾਰਤ ਕਰ ਵਿਖਾਏ। ਅਕਾਲ ਤਖਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੋਈ ਸਵਾਲ ਕੀਤਾ ਸੀ, ਗਰੀਬ ਨਵਾਜ਼, ਇਹ 6 ਸਰੂਪਾਂ ਤੱਕ ਤੁਹਾਡੇ ਦਰਸ਼ਨ ਹੋ ਗਏ ਨੇ। ਸੰਗਤਾਂ ਚਾਹੁੰਦੀਆਂ ਨੇ ਕਿ ਆਪ ਜੀ ਕਿਰਪਾ ਕਰ ਦੋ ਵੀ ਗੁਰੂ ਹੋਰ ਤੁਹਾਡੇ ਵਰਗੇ ਸਰੂਪ ਜਿਹੜੇ ਗੁਰੂ ਨਾਨਕ ਤੋਂ 6 ਸਰੂਪਾਂ ਵਿੱਚ ਵਰਤੇ ਹੋ, ਤੇ ਹੋਰ ਇਸ ਗੱਦੀ ਦੇ ਉੱਤੇ ਤੁਹਾਡੇ ਸਰੂਪਾਂ ਵਰਗੇ ਕਿੰਨੇ ਸਰੂਪ ਹੋਰ ਵਿਰਾਜਮਾਨ ਹੋਣਗੇ। ਮਹਾਰਾਜ ਸਾਹਿਬ ਨੇ ਬੜੇ ਤਰੀਕੇ ਦੇ ਨਾਲ ਉੱਤਰ ਦਿੱਤਾ। ਭਾਈ ਗੁਰਦਾਸ ਨੇ ਲਿਖਿਆ, 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਪੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਪੁੱਛਣ ਸਿੱਖ ਅਰਦਾਸ ਕਰ। ਗੁਰੂ ਗ੍ਰੰਥ ਸਾਹਿਬ ਹੁਕਮਨਾਮਾ ਲੈਣਾ ਹੋਵੇ, ਪਹਿਲਾਂ ਹੱਥ ਜੋੜ ਕੇ ਅਰਦਾਸ ਕਰਦੇ ਆ, ਫਿਰ ਹੁਕਮਨਾਮਾ ਲੈਂਦੇ। ਇਹ ਗੁਰੂ ਨਾਨਕ ਤੋਂ ਚਲੀ ਆ ਰਹੀ ਹੈ। ਹੱਥ ਜੋੜਨੇ, ਫਿਰ ਬੇਨਤੀ ਕਰਨੀ। ਪੁੱਛਣ ਸਿੱਖ ਅਰਦਾਸ ਕਰ, 6 ਮਹੀਨਿਆਂ ਤੱਕ ਦਰਸ਼ਨ ਆ ਰਹੀ, 6 ਸਰੂਪਾਂ ਤੱਕ ਦਰਸ਼ਨ ਹੋ ਗਏ। ਤੇ ਹੋਰ ਕਿੰਨੇ ਸਰੂਪਾਂ 'ਚ ਵਰਤੋਗੇ? ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ। ਸੁਣੋ ਸੰਸਾਰੀ, ਤੁਸੀਂ ਸੁਣੋ। ਹੁਣ ਸੰਸਾਰ ਦੇ ਲੋਕਾਂ ਜੀ ਪ੍ਰਸ਼ਨ ਕੀਤਾ, ਕਲਯੁਗ ਪੀੜੀ ਸੋਢੀਆਂ ਨਿਹਚਲ ਨੀਵ ਸਾਰ ਖਿਲਾਰੀ। ਕਹਿੰਦੇ ਮਹਾਰਾਜ ਪੀੜੀ ਬਾਰੇ ਤਾਂ ਅਸੀਂ ਪੁੱਛਿਆ ਹੀ ਨਹੀਂ ਸੀ। ਕਹਿੰਦੇ ਇਹ ਵੀ ਭਵਿੱਖਤ ਬਚਨ, ਇਹ ਇਸ਼ਾਰਾ ਸੀ ਵੀ 10ਵੇਂ ਜਾਮੇ ਵਿੱਚ ਖਾਲਸੇ ਨੂੰ ਸੋਢ ਵੰਸ਼ 'ਚ ਭਰਤੀ ਕਰਕੇ ਜੁਗਾਂ ਜਗੰਤਰਾਂ ਤੱਕ ਮੈਂ ਆਪਣੀ ਵੰਸ਼ ਨੂੰ ਸੰਸਾਰ ਦੇ ਵਿੱਚ ਰੱਖਾਂਗਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਲਯੁਗ ਪੀੜੀ ਸੋਢੀਆਂ ਨਿਹਚਲ ਨੀਵ ਅਸਾਰ ਖਿਲਾਰੀ। ਕਹਿੰਦੇ ਮਹਾਰਾਜ ਤਾਂ ਸਰੂਪ ਪੁੱਛਿਆ ਸੀ, ਕਹਿੰਦੇ ਮਹਾਰਾਜ ਕਹਿੰਦੇ ਉਹਦਾ ਉੱਤਰ ਸੁਣੋ, ਜੁਗ ਜੁਗ ਸਤਿਗੁਰ ਧਰੇ ਅਵਤਾਰੇ। ਭਾਈ ਗੁਰਦਾਸ, ਜੁਗ ਦਾ ਅਰਥ ਕੀ ਹੁੰਦਾ ਹੈ? ਕਹਿੰਦੇ ਜੀ 2, ਕਹਿੰਦੇ 2 ਤੇ 2, ਕਹਿੰਦੇ 4। ਕਹਿੰਦੇ ਇਹ ਸਾਡਾ ਉੱਤਰ ਹੈ ਕਿ 7 ਬਾਅਦ 4 ਸਰੂਪ ਸਾਡੇ ਵਰਗੇ ਹੋਰ ਗੁਰਤਾ ਗੱਦੀ ਤੇ ਸਵਾਇਮਾਨ ਹੋਣਗੇ। ਸਿੱਖ ਉੱਠੇ, ਕਹਿਣ ਲੱਗੇ ਮਹਾਰਾਜ ਕਿ 10ਵੇਂ ਜਾਮੇ ਤੋਂ ਬਾਅਦ ਸਿੱਖ ਯਤੀਮ ਹੋ ਜਾਣਗੇ, ਸਾਨੂੰ ਗੁਰੂ ਨਹੀਂ ਮਿਲੇਗਾ। ਫਿਰ ਕੀ ਕਰਨਗੇ? ਉਸ ਤੋਂ ਬਾਅਦ ਸਾਡੀ ਸੰਤਾਨ ਕੀ ਕਰੇਗੀ? ਮਹਾਰਾਜ ਕਹਿੰਦੇ ਇਹੀ ਪੰਕਤੀਆਂ ਦੁਬਾਰੇ ਪੜ੍ਹ ਲਓ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਕਹਿੰਦੇ ਇਹ ਸਾਡੇ ਵੱਸ ਦੀ ਬਾਤ ਨਹੀਂ, ਸਾਡੀ ਬੁੱਧ ਨਹੀਂ ਇੰਨਾ ਕੰਮ ਕਰਦੀ। ਖੋਲ ਕੇ ਦੱਸੋ। ਮਹਾਰਾਜ ਕਹਿੰਦੇ ਗੁਰਸਿੱਖੋ, 10ਵੇਂ ਜਾਮੇ ਵਿੱਚ ਅਜਿਹਾ ਗੁਰੂ ਸੌਂਪਾਂਗੇ, ਫਿਰ ਯੁੱਗ ਬਦਲਣਗੇ ਪਰ ਸਿੱਖਾਂ ਦਾ ਗੁਰੂ ਨਹੀਂ ਬਦਲੇਗਾ। ਜੁਗਾਂ ਜਗੰਤਰਾਂ ਇੱਕ ਹੀ ਰਹੇਗਾ ਗੁਰੂ ਗ੍ਰੰਥ ਸਾਹਿਬ ਗੁਰੂ। ਇਹ ਇਸ਼ਾਰਾ ਕੀਤਾ। ਇਸ ਲਈ ਗੁਰੂ ਗ੍ਰੰਥ ਸਾਹਿਬ ਨੇ ਜੁਗਾਂ ਜਗੰਤਰਾਂ, ਜੁਗੋ ਜੁਗ ਟਲ ਕਹਿੰਦੇ ਆ, ਜੁਗੋ ਜੁਗ, ਜੁਗ ਟਲਣਗੇ ਤੇ ਗੁਰੂ ਸਾਹਿਬ ਇਹ ਰਹਿਣਗੇ।